ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਕ੍ਰਿਟਿਸਿਜ਼ਮ ਆਫ ਸਾਇੰਟੀਫਿਕ ਮੈਨੇਜਮੈਂਟ ਮੈਂ ਤੁਹਾਨੂੰ ਕਿਹਾ ਸੀ ਨਾ ਆਪਣੇ ਆਪ ਦੇਖ ਲਿਓ, ਬਟ ਫਿਰ ਵੀ ਆਪਾਂ ਗੋ ਥਰੂ ਕਰ ਲੈਂਦੇ ਹਾਂ ਥੋੜ੍ਹਾ ਬਹੁਤਾ ਵੀ ਕਿੱਦਾਂ ਵੀ ਜੇ ਨਹੀਂ ਤੁਹਾਨੂੰ ਥੋੜ੍ਹਾ ਸਮਝ ਆਇਆ ਹੋਗਾ। ਕ੍ਰਿਟਿਸਿਜ਼ਮ ਦਾ ਮਤਲਬ ਹੁੰਦਾ ਹੈ ਕਿ ਕੀ ਡਿਸਐਡਵਾਂਟੇਜਿਸ ਆ, ਡੀਮੈਰਿਟਸ ਆ, ਕਿ ਉਹਦੀਆਂ ਸਾਇੰਟੀਫਿਕ ਮੈਨੇਜਮੈਂਟ ਦੀਆਂ ਕਿਹੜੀਆਂ ਹਾਨੀਆਂ ਉਹਦੀਆਂ, ਠੀਕ ਹੈ, ਡੀਮੈਰਿਟਸ। ਹੁਣ ਫਸਟ ਆਫ ਆਲ ਉਹਨੇ ਇਹਨੂੰ ਵੰਡ ਦਿੱਤਾ ਹੈ 4-5 ਦੇ ਵਿੱਚ। ਪਹਿਲਾਂ ਉਹਨੇ ਕੀ ਕਿਹਾ ਵਾ ਟਾਈਪਸ ਦੇ ਵਿੱਚ ਕਿ ਡੀਮੈਰਿਟ ਅਕੋਰਡਿੰਗ ਟੂ ਇੰਪਲੋਇਜ਼, ਕਿ ਇੰਪਲੋਇਜ਼ ਨੂੰ ਕਿਹੜੀ ਚੀਜ਼ ਇੰਪਲੋਇਜ਼ ਨੂੰ ਲੱਗਦੀ ਕਿ ਇਹ ਚੀਜ਼ ਨਹੀਂ ਸਹੀ ਸਾਇੰਟੀਫਿਕ ਮੈਨੇਜਮੈਂਟ ਦੇ ਵਿੱਚ। ਫਸਟ ਆਫ ਆਲ ਇਨਕਰੀਜ਼ ਇਨ ਅਨਇੰਪਲੋਇਮੈਂਟ। ਇੰਪਲੋਇਜ਼ ਨੂੰ ਇਹ ਲੱਗਦਾ ਵਾ ਕਿ ਹਰ ਇੱਕ ਚੀਜ਼ ਦਾ ਸਟੈਂਡਰਡ ਹੋ ਗਿਆ। ਜਦੋਂ ਸਾਇੰਟੀਫਿਕ ਮੈਨੇਜਮੈਂਟ ਵਾਲਿਆਂ ਨੇ ਕਹਿਤਾ ਵਾ ਕਿ ਸਟੈਂਡਰਡ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ, ਐਂਡ ਜਦੋਂ ਹਰ ਇੱਕ ਚੀਜ਼ ਦਾ ਸਟੈਂਡਰਡ ਹੋਊਗਾ ਉਹਦੇ ਨਾਲ ਕੀ ਹੋਊਗਾ, ਇੰਪਲੋਇਜ਼ ਉਹ ਚੀਜ਼ ਦੇ ਵਿੱਚ ਪਰਫੈਕਟ ਨਹੀਂ ਹੋਣਗੇ। ਜਦੋਂ ਪਰਫੈਕਟ ਨਹੀਂ ਹੋਣਗੇ ਤਾਂ ਓਬਵੀਅਸਲੀ ਉਹਨਾਂ ਨੂੰ ਉਹਦੇ ਨਾਲ ਕੀ ਹੋਊਗੀ, ਇੰਪਲੋਇਮੈਂਟ ਨਹੀਂ ਮਿਲੂਗੀ। ਅਤੇ ਜਦੋਂ ਇੰਪਲੋਇਮੈਂਟ ਨਹੀਂ ਮਿਲੂਗੀ ਤਾਂ ਉਹ ਅਨਇੰਪਲੋਏ ਹੋਣਗੇ। ਸੈਕਿੰਡ ਵਨ ਇਜ਼ ਸਟ੍ਰੈਸ। ਅੰਡਰ ਸਾਇੰਟੀਫਿਕ ਮੈਨੇਜਮੈਂਟ ਇੰਪਲੋਇਜ਼ ਹੈਵ ਟੂ ਅਚੀਵ ਦ ਆਬਜੈਕਟਿਵਸ ਰਿਗਾਰਡਿੰਗ ਸਪੈਸੀਫਿਕ ਸਟੈਂਡਰਡਸ ਰਿਲੇਟਡ ਟੂ ਦੇਅਰ ਫੰਕਸ਼ਨ। ਕਹਿੰਦੇ ਕਿ ਉਹਨਾਂ ਨੂੰ ਇਹ ਦੱਸ ਦਿੱਤਾ ਜਾਂਦਾ ਕਿ ਤੁਸੀਂ ਇੱਕ ਦਿਨ ਦੇ ਵਿੱਚ 10 ਪ੍ਰੋਡਕਟ ਬਣਾਉਣੇ। ਇਹਦੇ ਨਾਲ ਉਹਨਾਂ ਨੂੰ ਕੀ ਹੋਣੀ ਸ਼ੁਰੂ ਹੋ ਜਾਂਦੀ, ਸਟ੍ਰੈਸ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ। ਐਂਡ ਜਦੋਂ ਸਟ੍ਰੈਸ ਕ੍ਰੀਏਟ ਹੁੰਦੀ ਓਬਵੀਅਸਲੀ ਅਨਇੰਪਲੋਇਮੈਂਟ ਹੋਏਗੀ। Exploitation of workers. Technique of scientific management provide too much authority to the manager to get the specific work done in a specified manner by the workers. That is why workers believe that scientific management is a clever device for their exploitation. ਕਹਿੰਦੇ ਵੇ ਕਿ ਸਾਇੰਟੀਫਿਕ ਮੈਨੇਜਮੈਂਟ ਦੇ ਵਿੱਚ ਇੰਪਲੋਇਜ਼ ਨੂੰ ਕੀ ਕਿਹਾ ਜਾਂਦਾ ਵਾ ਕਿ ਤੁਸੀਂ ਆਹ ਕੰਮ ਇੰਨੇ ਟਾਈਮ 'ਚ ਕਰਨਾ ਹੀ ਕਰਨਾ। ਜਦੋਂ ਉਹਨਾਂ ਨੇ ਕੰਮ ਕਰਨਾ ਹੀ ਕਰਨਾ, ਦੈਟ ਮੀਨਸ ਕਿ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਕਰਨਾ ਹੀ ਕਰਨਾ ਹੈ। ਅਤੇ ਉਹਦੇ ਨਾਲ ਕੀ ਹੁੰਦਾ ਹੈ, ਵਰਕਰਸ ਦੀ ਐਕਸਪਲੋਇਟੇਸ਼ਨ ਹੁੰਦੀ, ਵਰਕਰਸ ਕੋਲ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ। ਉਹਨਾਂ ਨਾਲ ਵਰਕਰਸ ਦੀ ਕੀ ਹੁੰਦੀ ਆ, ਵਰਕਰਸ ਦਾ ਵਨ ਆਫ ਦਾ ਡਿਸਐਡਵਾਂਟੇਜ ਆ। Violation of principle of unity of command. The technique of functional foremanship under the scientific management violates the principle of unity of command. According to this technique, every employee works under 8 functional experts. ਕਹਿੰਦੇ ਆ ਕਿ ਇਹਦੇ ਵਿੱਚ ਕੀ ਆ, ਆਪਾਂ ਯੂਨਿਟੀ ਆਫ ਕਮਾਂਡ ਥਰਡ ਚੈਪਟਰ 'ਚ ਪੜ੍ਹਿਆ ਸੀ ਨਾ ਕਿ ਇੱਕ ਹੀ ਬੌਸ ਵਰਕਰਸ ਨੂੰ ਕੰਮ ਦੱਸੂਗਾ, ਬਟ ਇਹਦੇ ਵਿੱਚ ਕੀ ਕਹਿੰਦੇ ਆ ਵਾ ਕਿ ਵਰਕਰਸ ਨੂੰ 8 ਬੌਸ ਕੰਮ ਦੱਸਣਗੇ। ਅਤੇ ਐਕਸਪਲੋਇਟੇਸ਼ਨ ਹੋ ਗਈ ਨਾ ਵਰਕਰ ਦੀ, ਠੀਕ ਆ ਨਾ, ਕਿ ਵਰਕਰਸ ਨੂੰ 8 ਜਾਣਿਆਂ ਕੋਲ ਕੰਮ ਪੁੱਛਣਾ ਪੈਂਦਾ। ਲੈਕ ਆਫ ਇਨੀਸ਼ੀਏਟਿਵ ਫਰੋਮ ਇੰਪਲੋਇਜ਼। ਕਿਉਂ ਇਨੀਸ਼ੀਏਟਿਵ ਫਰੋਮ ਇੰਪਲੋਇਜ਼? ਕਿ ਇੰਪਲੋਇਜ਼ ਆਪਣਾ ਪੱਖ ਹੀ ਨਹੀਂ ਦੱਸ ਸਕਦੇ। ਕਿਉਂਕਿ ਸਾਰਾ ਕੰਮ ਕਿਹਨੇ ਦੱਸਣਾ ਹੁੰਦਾ, ਮੈਨੇਜਰ ਨੇ। ਮੋਨੋਟਨੀ। Division of labor and specialization generate monotony in the employees regarding work because they have to perform same tasks repeatedly as per specified standards. ਕਹਿੰਦੇ ਮੋਨੋਟਨੀ ਦਾ ਮਤਲਬ ਹੁੰਦਾ ਵਾ ਕਿ ਇਹਦੇ ਵਿੱਚ ਵੀ ਕੀ ਹੁੰਦਾ ਵਾ, ਮੋਨੋਟਨੀ ਦਾ ਮਤਲਬ ਕਿ ਵਰਕਰਸ ਦੀ ਹਾਨੀ ਹੁੰਦੀ ਆ। ਹਾਨੀ ਕਿੱਦਾਂ ਹੁੰਦੀ ਹੈ? ਕਿਉਂਕਿ ਵਰਕਰਸ ਕੋਲੋਂ ਇੱਕੋ ਕੰਮ ਬਾਰ-ਬਾਰ ਕਰਵਾਇਆ ਜਾਂਦਾ, ਜਿਹਦੇ ਨਾਲ ਉਹ ਕੀ ਹੁੰਦੇ, ਬੋਰਡਮ ਹੋ ਜਾਂਦੇ ਆ, ਠੀਕ ਹੈ। ਐਡਵਰਸ ਇੰਪੈਕਟ ਔਨ ਟ੍ਰੇਡ ਯੂਨੀਅਨਸ ਡਿਊ ਟੂ ਸਾਇੰਟੀਫਿਕ ਮੈਨੇਜਮੈਂਟ ਰਿਲੇਸ਼ਨਸ ਬਿਟਵੀਨ ਮੈਨੇਜਰਸ ਐਂਡ ਇੰਪਲੋਇਜ਼ ਇੰਪਰੂਵ। ਦਿਸ ਹੈਜ਼ ਹਾਈਲੀ ਐਡਵਰਸ ਇਫੈਕਟ ਔਨ ਦ ਟ੍ਰੇਡ ਯੂਨੀਅਨਸ ਐਂਡ ਦੇਅਰ ਬਾਰਗੇਨਿੰਗ ਪਾਵਰ ਵੀਕਨਸ। ਇੰਪਲੋਇਜ਼ 'ਤੇ ਵੀ ਐਡਵਰਸ ਇਫੈਕਟ ਹੁੰਦਾ ਕਿਉਂਕਿ ਇਹ ਉਹੀ ਔਰਗਨਾਈਜੇਸ਼ਨ ਉਹੀ ਵਰਕਰ ਰੱਖਦੀ ਜਿਹੜੀ ਉਹ ਚੀਜ਼ ਦੇ ਵਿੱਚ ਸਪੈਸ਼ਲਾਈਜ਼ਡ ਹੋਊਗੀ। ਐਂਡ ਜਦੋਂ ਬੰਦਾ ਕੋਈ ਚੀਜ਼ 'ਚ ਸਪੈਸ਼ਲਾਈਜ਼ ਨਹੀਂ ਹੈਗਾ, ਇਹਦਾ ਮਤਲਬ ਆ ਕਿ ਵਰਕਰ ਨੂੰ ਰੱਖਿਆ ਹੀ ਨਹੀਂ ਜਾਊਗਾ। ਹੁਣ ਸੈਕਿੰਡ ਪੁਆਇੰਟ ਆਫ ਵਿਊ ਕਿਹਦੇ ਅਕੋਰਡਿੰਗ ਆ, ਮੈਨੇਜਰਸ ਦੇ ਅਕੋਰਡਿੰਗ ਜਾਂ ਓਨਰਸ ਦੇ ਅਕੋਰਡਿੰਗ। ਹਾਇਰ ਕੋਸਟ, ਕਿ ਜਦੋਂ ਤੁਹਾਨੂੰ ਓਬਵੀਅਸਲੀ ਕਿ ਜਦੋਂ ਤੁਹਾਨੂੰ ਦੇਖੋ ਟੈਕਨੀਕਸ ਆਪਾਂ ਯੂਜ਼ ਕਰਾਂਗੇ, ਵੱਖ-ਵੱਖ ਟੈਕਨੀਕਸ ਯੂਜ਼ ਕਰਾਂਗੇ। ਮੈਥਡ ਸਟੱਡੀ ਦੇ ਵਿੱਚ ਤੁਸੀਂ ਟੈਕਨੀਕ ਜਿਹੜੀ ਯੂਜ਼ ਕੀਤੀ ਉਹਦੇ ਵਿੱਚ ਕਿ ਤੁਸੀਂ ਵਰਕਰ ਨੂੰ ਟਾਈਮ ਦੇ ਦਿੰਦੇ ਜੋ ਕਿ ਤੂੰ ਰੈਸਟ ਕਰ, ਅਤੇ ਰੈਸਟ ਕਰਨ ਦੇ ਨਾਲ ਕੀ ਹੋਊਗਾ, ਪ੍ਰੋਡਕਟ ਜ਼ਿਆਦਾ ਛੇਤੀ ਨਹੀਂ ਬਣਾਊਗਾ। ਜਦੋਂ ਪ੍ਰੋਡਕਟ ਛੇਤੀ ਨਹੀਂ ਬਣਾਊਗਾ ਓਬਵੀਅਸਲੀ ਔਰਗਨਾਈਜੇਸ਼ਨ ਨੂੰ ਕੀ ਪਊਗੀ, ਕੋਸਟ ਵੱਧ ਪਊਗੀ, ਠੀਕ ਹੈ ਜੀ। ਨਾਟ ਸੂਟੇਬਲ ਫॉर ਸਮੋਲ ਔਰਗਨਾਈਜੇਸ਼ਨ। ਕਹਿੰਦੇ ਇਹ ਟੈਕਨੀਕਸ ਸੂਟੇਬਲ ਨਹੀਂ ਆ ਸਮੋਲ ਔਰਗਨਾਈਜੇਸ਼ਨ ਦੇ ਵਿੱਚ ਕਿ ਵਰਕਰਸ ਨੂੰ ਬਾਰ-ਬਾਰ ਤੁਸੀਂ ਰੈਸਟ ਦਿਓ, ਠੀਕ ਹੈ। ਫਿਰ ਆਪਾਂ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਨਾਲ ਬਣਾ ਕੇ ਰੱਖੋ, ਤਾਲਮੇਲ ਬਣਾ ਕੇ ਰੱਖੋ। ਛੋਟੀਆਂ ਔਰਗਨਾਈਜੇਸ਼ਨ ਇਹ ਚੀਜ਼ਾਂ ਅਫੋਰਡ ਨਹੀਂ ਕਰ ਸਕਦੀਆਂ। ਨੈਰੋ ਸਕੋਪ ਆ, ਕਹਿੰਦੇ ਆ ਕਿ ਨੈਰੋ ਸਕੋਪ ਕਿਉਂ ਆ, ਕਿਉਂਕਿ ਵਿਦ ਦ ਟੈਕਨੀਕ ਐਂਡ ਮੈਥਡਸ ਆਫ ਇਨਕਰੀਜ਼ਿੰਗ ਪ੍ਰੋਡਕਸ਼ਨ ਐਂਡ ਪ੍ਰੋਡਕਟਿਵਿਟੀ ਬਟ ਦ ਸਕਸੈਸ ਆਫ ਐਨ ਔਰਗਨਾਈਜ਼ ਡਜ਼ ਨਾਟ ਡਿਪੈਂਡ ਅਪੋਨ ਮੋਰ ਪ੍ਰੋਡਕਸ਼ਨ ਓਨਲੀ। ਕਹਿੰਦੇ ਕਿ ਨੈਰੋ ਸਕੋਪ ਇਹ ਇੱਦਾਂ ਕਿ ਕਹਿੰਦੇ ਕਿ ਸਿਰਫ ਆਪਾਂ ਪ੍ਰੋਡਕਸ਼ਨ ਇਨਕਰੀਜ਼ ਕਰਨਾ ਇੱਕ ਮੋਟਿਵ ਨਹੀਂ ਹੋਣਾ ਚਾਹੀਦਾ, ਬਾਕੀ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਦੈਟਸ ਵਾਈ ਇਹ ਕੀ ਆ, ਛੋਟਾ ਕੰਸੈਪਟ ਲੱਗਦਾ। ਐਡਵਰਸ ਇਫੈਕਟ ਔਨ ਮੈਨੇਜੀਰੀਅਲ ਸਟੇਟਸ। Under scientific management, every task is performed in accordance with the specified standards on the basis of enter evolution. It gives importance to the establishment of better relations between the manager and employees. This weakens the status of manager in the organization. ਕਹਿੰਦੇ ਇਹਦੇ ਵਿੱਚ ਵੇਖੋ ਵਨ ਆਫ ਦ ਕਿ ਉਹ ਮੈਂਟਰ ਐਵੋਲਿਊਸ਼ਨ 'ਚ ਕੀ ਕਿਹਾ ਗਿਆ, ਟੈਕਨੀਕ ਦੇ ਵਿੱਚ ਕੀ ਕਿਹਾ ਕਿ ਮੈਨੇਜਰ ਨੂੰ ਵਰਕਰਸ ਦੇ ਨਾਲ ਇੱਕ ਵਧੀਆ ਰਿਲੇਸ਼ਨ ਬਣਾਉਣੀ ਚਾਹੀਦੀ, ਉਹਨਾਂ ਨੂੰ ਪੁੱਛਣਾ ਚਾਹੀਦਾ ਤੁਹਾਨੂੰ ਕੀ ਪ੍ਰੋਬਲਮ ਆ। ਅਤੇ ਕਹਿੰਦੇ ਇਹਦੇ ਵਿੱਚ ਇੱਕ ਹਾਨੀ ਹੋ ਗਈ। ਕਿਉਂ ਹਾਨੀ ਹੋ ਗਈ? ਕਿ ਮੈਨੇਜਰ ਜੇ ਉਹਨਾਂ ਨਾਲ ਫਰੈਂਡਲੀ ਹੋ ਗਿਆ ਤਾਂ ਵਰਕਰਸ ਕੰਮ ਨਹੀਂ ਕਰਨਗੇ, ਇਹਦਾ ਮਤਲਬ ਇਹ ਲੋਸ ਆ ਮੈਨੇਜਰ ਲਈ,
ठीक है जी। इंक्रीज इन रिस्पॉन्सिबिलिटी, साइंटिफिक मैनेजमेंट गिव्स इंपॉर्टेंस टू द इक्वल डिवीजन ऑफ रिस्पॉन्सिबिलिटी बिटवीन मैनेजर्स एंड एम्प्लॉयज़, दिस लीड्स टू इंक्रीज इन द रिस्पॉन्सिबिलिटी ऑफ मैनेजर्स। ऑबवियसली कि मैनेजर उत्ते हर एक रिस्पॉन्सिबिलिटी है, जे वर्करस ने नहीं भी काम बैटर किया तो ये कहना किया जा होना वा ऑर्गेनाइजेशन को, ये फील होना वा वर्कर मैनेजर को, ये फील होना कि मैनेजर ने ही काम नहीं चंगी तरह रिस्पॉन्सिबिलिटी दी वर्करस को। सो ये भी वन ऑफ द डिसएडवांटेज आ। कंसनट्रेशन ऑफ एट लो लैवल मैनेजमेंट, कहते कि जो टैकनीक्स आ वो किहदे उत्ते ज़्यादा जोर दिंदी है कि जोड़े वर्करस उन्हों का ज़्यादा ध्यान रखा जाए। जो वर्करस का ज़्यादा ध्यान रखांगे तो आप अपने गोल्स कभी भी अचीव नहीं कर सकते। ठीक है जी बच्चे। अकॉर्डिंग टू द व्यू पॉइंट ऑफ साइकोलॉजिस्ट, साइकोलॉजिस्ट का मतलब होंदा वा कि जिहड़े तुहाडे ऑथर्स आ वो की कहंदे ने। ठीक है बच्चे, ये भी सारा कुछ सेम आ। एक बार जो नहीं समझ आऊगा तो तुसीं मेरे को पूछ लियो, बट ऑल ऑफ दिस सेम आ। मिसलीनियस दे विच भी सेम आ। एंड मैं हुण तुहानूं फ्योल एंड जिहड़े उहदे विच टेलर दे डिफरेंस आ वो तुसीं बच्चे अपने आप पढ़ना, जिथों नहीं समझ आऊगी मैनूं पुछ सकदे जो। दैट्स ऑल। ये चैप्टर अज अपना खत्म हो जाना चाहिए वा। ये पढ़ के मैनूं दस दिओ ग्रुप दे विच कि तुहानूं समझ आ गई है। आपां उस तो बाद न्यू चैप्टर शुरू करना, वो किहड़ा वा बिजनेस एनवायरनमेंट। ठीक है, दैट्स ऑल फॉर टुडे।